ਮੇਰੇ ਖੋਜ ਪੱਤਰ ਦਾ ਵਿਸ਼ਾ ਪ੍ਰਵਾਸ ਤੇ ਪਛਾਣ ਦਾ ਅੰਤਰ ਸੰਬੰਧ ਮਹਾਰਾਜਾ ਦਲੀਪ ਸਿੰਘ ਦੇ ਪ੍ਰਸੰਗ ਵਿੱਚ। ਸਮਕਾਲ ਵਿੱਚ ਪੰਜਾਬੀਆਂ ਲਈ ਪ੍ਰਵਾਸ ਤੇ ਇਸ ਨਾਲ ਜੁੜਿਆ ਪਛਾਣ ਦਾ ਮਸਲਾ ਬਹੁਤ ਅਹਿਮ ਹੈ। ਪੰਜਾਬੀ ਕੌਮੀਅਤ ਲੰਬੇ ਸਮੇਂ ਤੋਂ ਪ੍ਰਵਾਸ ਕਰਦੀ ਆ ਰਹੀ ਹੈ। ਪ੍ਰਵਾਸ ਦਾ ਇਹ ਸਰੂਪ ਇੱਛਤ ਵੀ ਹੈ ਤੇ ਮਜਬੂਰੀ ਵਸ ਵੀ। ਇਹ ਦੋਵਾਂ ਤਰ੍ਹਾਂ ਦਾ ਪ੍ਰਵਾਸ ਕਿਸੇ ਹੱਦ ਤੱਕ ਆਰਥਿਕਤਾ ਨੂੰ ਤਾਂ ਹੱਲ ਕਰ ਰਿਹਾ ਹੈ, ਪਰ ਪਛਾਣ ਦਾ ਸੰਕਟ ਬੰਦੇ ਲਈ ਬੇਗਾਨੀਆਂ ਧਰਤੀਆਂ ਤੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਪੇਸ਼ ਕਰਦਾ ਹੈ। ਅਜਿਹੀਆਂ ਚੁਣੌਤੀਆਂ ਬਾਰੇ ਗੱਲ ਕਰਦਿਆਂ ਕ੍ਰਿਸ ਵੀਡਨ ਆਪਣੀ ਪੁਸਤਕ ਆਈਡੈਂਟੀਟੀ ਐਂਡ ਕਲਚਰ ਨੈਰੇਟਿਵਸ ਆਫ ਡਿਫਰੈਂਸ ਐਂਡ ਬਿਲੋਂਗਿੰਗ ਵਿੱਚ ਹਾਈਬ੍ਰਿਡ ਆਈਡੈਂਟਿਟੀ ਦਾ ਸੰਕਲਪ ਪੇਸ਼ ਕਰਦੀ ਹੈ, ਜਿਸ ਤਹਿਤ ਪ੍ਰਵਾਸੀ ਵਿਅਕਤੀ ਦੀ ਮੂਲ ਪਛਾਣ ਵਿਛੁੰਨੀ ਜਾਂਦੀ ਹੈ ਤੇ ਬੇਗਾਨੇ ਮੁਲਕਾਂ ਦੁਆਰਾ ਘੜੀ ਜਾ ਰਹੀ ਪਛਾਣ ਉਸ ਨੂੰ ਬੇਗਾਨੀਆਂ ਧਰਤੀਆਂ ਤੇ ਹਮੇਸ਼ਾ ਬੇਗਾਨਗੀ ਦਾ ਅਹਿਸਾਸ ਦਿੰਦੀ ਹੈ। ਕ੍ਰਿਸ ਵੀਡਨ ਪਛਾਣ ਦੀ ਨਿਰਮਾਣਕਾਰੀ ਵਿੱਚ ਇਤਿਹਾਸ ਤੇ ਇਤਿਹਾਸ ਨਾਲ ਸੰਬੰਧਿਤ ਸਾਹਿਤਕ ਬਿਰਤਾਂਤਾਂ ਦਾ ਅਹਿਮ ਰੋਲ ਮੰਨਦੀ ਹੈ। ਜਦ ਅਸੀਂ ਇਤਿਹਾਸ ਨਾਲ ਸੰਬੰਧਿਤ ਸਮਕਾਲੀ ਪੰਜਾਬੀ ਸਾਹਿਤਕ ਬਿਰਤਾਂਤ ਦਾ ਅਧਿਐਨ ਕਰਦੇ ਹਾਂ ਤਾਂ ਇਸ ਕਿਸਮ ਦਾ ਬਿਰਤਾਂਤ ਪਛਾਣ ਨਿਰਮਾਣਕਾਰੀ ਦੇ ਨਾਲ ਪਛਾਣ ਦੇ ਸੰਕਟ ਨਾਲ ਨਜਿੱਠਣ ਵਿੱਚ ਵੀ ਆਪਣੀ ਅਹਿਮ ਭੂਮਿਕਾ ਅਦਾ ਕਰਦਾ ਨਜ਼ਰ ਆਉਂਦਾ ਹੈ। ਇਸ ਪ੍ਰਸੰਗ ਵਿੱਚ ਢੁਕਵੀਂ ਉਦਾਹਰਣ ਵਜੋਂ ਮਹਾਰਾਜਾ ਦਲੀਪ ਸਿੰਘ ਦੇ ਕਿਰਦਾਰ ਨੂੰ ਦੇਖਿਆ ਜਾ ਸਕਦਾ ਹੈ, ਜਿਸ ਦਾ ਸੰਬੰਧ ਇੱਕੋ ਸਮੇਂ ਇਤਿਹਾਸ, ਪ੍ਰਵਾਸ, ਪਛਾਣ ਸੰਕਟ ਤੇ ਪੰਜਾਬੀ ਕੌਮ ਨਾਲ ਹੈ। ਇਤਿਹਾਸ ਵਿੱਚ ਘੱਟ ਗੌਲੇ ਗਏ ਮਹਾਰਾਜਾ ਦਲੀਪ ਸਿੰਘ ਦੀ ਸਮਕਾਲ ਵਿੱਚ ਸਾਹਿਤਕ ਅਤੇ ਦ੍ਰਿਸ਼ ਸੱਭਿਆਚਾਰਕ ਬਿਰਤਾਂਤ ਵਿੱਚ ਪੁਨਰ ਪੇਸ਼ਕਾਰੀ ਇਸ ਵਿਸ਼ੇ ਨੂੰ ਵਧੇਰੇ ਮਹੱਤਵਪੂਰਨ ਬਣਾ ਦਿੰਦੀ ਹੈ, ਜਿਸ ਨਾਲ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਇਤਿਹਾਸ ਅਤੇ ਸਾਹਿਤ ਸੱਭਿਆਚਾਰ ਵਿੱਚੋਂ ਲਗਭਗ ਮਨਫੀ ਰਿਹਾ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਤੇ ਉਸ ਦਾ ਜੀਵਨ ਅਚਾਨਕ ਸਮਕਾਲੀ ਬਿਰਤਾਂਤ ਵਿੱਚ ਕਿਉਂ ਗੌਲਿਆ ਜਾਣ ਲੱਗਦਾ ਹੈ। ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਫਿਲਮ ਅਤੇ ਨਾਵਲ ਦੀ ਨਿਰਮਾਣਕਾਰੀ ਕਿਉਂ ਹੋਣ ਲੱਗਦੀ ਹੈ? ਕੀ ਅਜਿਹਾ ਹੋਣਾ ਇਤਿਹਾਸ ਦੇ ਮੁਕਾਬਲਤਨ ਇਹਨਾਂ ਜਾਨਰਾਂ ਦੀ ਲੋਕਪ੍ਰਿਯਤਾ ਅਤੇ ਦਿਲਚਸਪ ਪੇਸ਼ਕਾਰੀ ਵਿੱਚ ਨਿਹਿਤ ਹੈ? ਜੇ ਅਜਿਹਾ ਹੈ ਤਾਂ ਇਸ ਪੇਸ਼ਕਾਰੀ ਪਿੱਛੇ ਕਿਹੜੇ ਕਾਰਨ ਜਾਂ ਵਿਚਾਰਧਾਰਕ ਮਸਲੇ ਕਾਰਜਸ਼ੀਲ ਹਨ? ਵਿਚਾਰਧਾਰਕ ਪੱਖ ਤੋਂ ਇਹਨਾਂ ਪੇਸ਼ਕਾਰੀਆਂ ਦੀ ਸਿਰਜਣਾ ਪਿੱਛੇ ਅਹਿਮ ਕਾਰਨ ਸਮਕਾਲੀ ਪਛਾਣ ਦੀ ਰਾਜਨੀਤੀ ਦਾ ਨਜ਼ਰ ਆਉਂਦਾ ਹੈ। ਉੱਤਰ ਬਸਤੀਵਾਦੀ ਤੇ ਉੱਤਰ ਆਧੁਨਿਕ ਦੌਰ ਵਿੱਚ ਬਹੁਭਾਂਤੀਆਂ ਪਛਾਣਾਂ ਦੇ ਉਭਾਰ ਸਦਕਾ ਪਛਾਣ ਦਾ ਮਸਲਾ ਖੇਤਰੀ ਪੱਧਰ ਤੋਂ ਲੈ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਅਸਰਅੰਦਾਜ਼ ਹੋ ਰਿਹਾ ਹੈ। ਓਪਰੀ ਧਰਤੀ ਤੇ ਆਪਣੀ ਪਛਾਣ ਦੀ ਸ਼ਨਾਖਤ ਲਈ ਜੂਝਣਾ ਮੁਕਾਬਲਤਨ ਆਪਣੇ ਦੇਸ਼ ਦੇ ਵਧੇਰੇ ਮੁਸ਼ਕਲ ਹੁੰਦਾ ਹੈ। ਕਿਸੇ ਵੀ ਕੌਮ ਦੀਆਂ ਜੜ੍ਹਾਂ ਉਸ ਦੀ ਵਿਰਾਸਤ ਵਿੱਚ ਹੁੰਦੀਆਂ ਹਨ। ਇਹ ਜੜ੍ਹਾਂ ਜਿੰਨੀਆਂ ਡੂੰਘੀਆਂ ਤੇ ਮਜ਼ਬੂਤ ਹੋਣਗੀਆਂ, ਓਨਾ ਹੀ ਵਰਤਮਾਨ ਵਿੱਚ ਸੰਬੰਧਿਤ ਕੌਮ ਦਾ ਆਧਾਰ ਮਜ਼ਬੂਤ ਹੋਵੇਗਾ। ਜੇ ਪੰਜਾਬੀ ਬੰਦੇ ਕੋਲ ਪੰਜਾਬੀਅਤ ਦਾ ਗੌਰਵਸ਼ਾਲੀ ਵਿਰਸਾ ਹੋਵੇਗਾ ਤਾਂ ਉਹ ਸਮਕਾਲ ਵਿੱਚ ਆਪਣੀ ਪਛਾਣ ਨਾਲ ਜੂਝ ਸਕਣ ਵਿੱਚ ਸਫਲ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਮਹਾਰਾਜਾ ਦਲੀਪ ਸਿੰਘ ਨਾਲ ਸੰਬੰਧਿਤ ਸਾਹਿਤਕ ਅਤੇ ਦ੍ਰਿਸ਼ ਸੱਭਿਆਚਾਰਕ ਬਿਰਤਾਂਤਾਂ ਦਾ ਸੰਬੰਧ ਵਧੇਰੇ ਕਰਕੇ ਪ੍ਰਵਾਸੀ ਲੇਖਕਾਂ ਨਾਲ ਹੈ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਤੇ ਪੰਜਾਬ ਦਾ ਆਖਰੀ ਮਹਾਰਾਜਾ ਸੀ। ਲਾਹੌਰ ਦਰਬਾਰ ਵਿਚਲੀ ਖਾਨਾ ਜੰਗੀ ਤੇ ਅੰਗਰੇਜ਼ਾਂ ਦੀਆਂ ਕੂਟਨੀਤਿਕ ਚਾਲਾਂ ਸਦਕਾ 1849 ਵਿੱਚ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਕੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਗਿਆ। ਭਵਿੱਖ ਵਿੱਚ ਕਿਸੇ ਵੀ ਕਿਸਮ ਦੀ ਰਾਜਸੀ ਅਸੁਰੱਖਿਆ ਤੋਂ ਬਚਣ ਦੇ ਮੱਦੇਨਜ਼ਰ ਸੋਚੀ ਸਮਝੀ ਨੀਤੀ ਤਹਿਤ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਧਰਮ ਵਿੱਚ ਸ਼ਾਮਲ ਕਰਕੇ ਅਪ੍ਰੈਲ 1854 ਵਿੱਚ ਇੰਗਲੈਂਡ ਭੇਜ ਦਿੱਤਾ ਗਿਆ। ਇੰਗਲੈਂਡ ਵਿੱਚ ਹੀ ਉਸ ਦੀ 22 ਅਕਤੂਬਰ 1893 ਨੂੰ ਮੌਤ ਹੋ ਜਾਂਦੀ ਹੈ। ਮਹਾਰਾਜਾ ਦਲੀਪ ਸਿੰਘ ਦੇ ਜਨਮ ਤੋਂ ਲੈ ਕੇ ਮੌਤ ਤੱਕ ਉਸ ਦੀ ਜ਼ਿੰਦਗੀ ਵਿੱਚ ਕੀ ਕੁਝ ਵਾਪਰਿਆ, ਉਸ ਬਾਬਤ ਬਹੁਤ ਵੱਡੀ ਤਾਦਾਦ ਵਿੱਚ ਸਰੋਤ ਉਪਲਬਧ ਨਹੀਂ ਹਨ। ਗਿਣਤੀ ਦੀਆਂ ਹੀ ਪੁਸਤਕਾਂ ਪ੍ਰਾਪਤ ਹੁੰਦੀਆਂ ਹਨ, ਜਿਨ੍ਹਾਂ ਨੂੰ ਦੋ ਵਰਗਾਂ ਵਿੱਚ ਵਿਭਾਜਿਤ ਕੀਤਾ ਜਾ ਸਕਦਾ ਹੈ। ਪਹਿਲੇ ਵਰਗ ਵਿੱਚ ਭਾਰਤੀ ਜਾਂ ਪੰਜਾਬੀ ਇਤਿਹਾਸਕਾਰਾਂ ਦੀਆਂ ਪੁਸਤਕਾਂ ਨੂੰ ਰੱਖਿਆ ਜਾ ਸਕਦਾ ਹੈ, ਜਿਨ੍ਹਾਂ ਵਿੱਚ ਡਾਕਟਰ ਗੰਡਾ ਸਿੰਘ ਦੀ ਪੁਸਤਕ ਮਹਾਰਾਜਾ ਦਲੀਪ ਸਿੰਘ ਕੋਰਸਪੋਂਡੈਂਸ, ਪਿਆਰਾ ਸਿੰਘ ਦਾਤਾ ਦੀ ਪੁਸਤਕ ਮਹਾਰਾਜਾ ਦਲੀਪ ਸਿੰਘ, ਬਲਦੇਵ ਸਿੰਘ ਬਦਨ ਦੁਆਰਾ ਸੰਪਾਦਿਤ ਪੁਸਤਕ ਫਾਈਟਰ ਫॉर ਫਰੀडम ਮਹਾਰਾਜਾ ਦਲੀਪ ਸਿੰਘ, ਅਵਤਾਰ ਸਿੰਘ ਗਿੱਲ ਦੀ ਪੁਸਤਕ ਮਹਾਰਾਜਾ ਦਲੀਪ ਸਿੰਘ ਚੀਟਡ ਆਊਟ, ਸੁਰਿੰਦਰ ਕੌਰ ਆਨੰਦ ਦੀ ਪੁਸਤਕ ਮਹਾਰਾਜਾ ਦਲੀਪ ਸਿੰਘ ਆ ਸਾਈਕੋਲੋਜੀਕਲ ਸਟੱਡੀ ਸ਼ਾਮਲ ਹਨ। ਦੂਸਰਾ ਵਰਗ ਵਿਦੇਸ਼ੀ ਲੇਖਕਾਂ ਦੁਆਰਾ ਰਚਿਤ ਪੁਸਤਕਾਂ ਦਾ ਹੈ, ਜਿਸ ਵਿੱਚ ਮਾਈਕਲ ਅਲੈਗਜ਼ੈਂਡਰ ਅਤੇ ਸੁਸ਼ੀਲਾ ਆਨੰਦ ਰਚਿਤ ਕੁਈਨ ਵਿਕਟੋਰੀਆਜ਼ ਮਹਾਰਾਜਾ ਦਲੀਪ ਸਿੰਘ, ਇਵਾਨਸ ਬੈਲ ਰਚਿਤ ਦ ਅਨੈਕਸੇਸ਼ਨ ਆਫ ਦ ਪੰਜਾਬ ਐਂਡ ਦ ਮਹਾਰਾਜਾ ਦਲੀਪ ਸਿੰਘ, ਕ੍ਰਿਸਟੀ ਕੈਂਪਬੈਲ ਦੀ ਪੁਸਤਕ ਮਹਾਰਾਜਾ ਬਾਕਸ, ਪੀਟਰ ਬੈਂਸ ਦੀ ਸੋਵਰੀਅਨ ਸਕੁਆਇਰ ਐਂਡ ਰੈਬਲ ਮਹਾਰਾਜਾ ਦਲੀਪ ਸਿੰਘ ਐਂਡ ਹੇਅਰਸ ਆਫ ਆ ਲੌਸਟ ਕਿੰਗਡਮ ਪੁਸਤਕਾਂ ਸ਼ਾਮਲ ਹਨ। ਪੰਜਾਬੀ ਸਾਹਿਤ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਸਮੁੱਚੇ ਜੀਵਨ ਨੂੰ ਆਧਾਰ ਬਣਾ ਕੇ 3 ਨਾਵਲਾਂ ਦੀ ਰਚਨਾ ਹੋਈ ਮਿਲਦੀ ਹੈ, ਜਿਨ੍ਹਾਂ ਵਿੱਚ ਹਰਜੀਤ ਅਟਵਾਲ ਰਚਿਤ ਅਕਾਲ ਸਹਾਇ ਤੇ ਆਪਣਾ ਅਤੇ ਨਵਤੇਜ ਸਰਨਾ ਰਚਿਤ ਜਲਾਵਤਨੀ ਨਾਵਲ ਸ਼ਾਮਲ ਹਨ।
ਫਿਲਮ ਦਾ ਬਲੈਕ ਪ੍ਰਿੰਸ ਵੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਤੇ ਆਧਾਰਿਤ ਹੈ। ਇਸ ਤੋਂ ਬਿਨਾਂ YouTube ਉੱਪਰ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨਾਲ ਸੰਬੰਧਿਤ ਕੁਝ ਦਸਤਾਵੇਜ਼ੀ ਫਿਲਮਾਂਕਨ ਵੀ ਮਿਲਦੇ ਹਨ। ਪਰ ਇੱਥੇ ਖੋਜ ਪੱਤਰ ਦੀ ਨਿਰਧਾਰਿਤ ਵਿਸ਼ਾ ਸੀਮਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮਹਾਰਾਜਾ ਦਲੀਪ ਸਿੰਘ ਨਾਲ ਸੰਬੰਧਿਤ ਨਾਵਲਾਂ ਨੂੰ ਹੀ ਅਧਿਐਨ ਦਾ ਆਧਾਰ ਬਣਾਇਆ ਗਿਆ ਹੈ। ਮਹਾਰਾਜਾ ਦਲੀਪ ਸਿੰਘ ਨਾਲ ਸੰਬੰਧਿਤ ਨਾਵਲਾਂ ਦੀ ਲੜੀ ਵਿੱਚ ਪਹਿਲਾ ਨਾਵਲ ਹਰਜੀਤ ਅਟਵਾਲ ਰਚਿਤ ਅਕਾਲ ਸਹਾਇ ਹੈ, ਜੋ 2012 ਵਿੱਚ ਪ੍ਰਕਾਸ਼ਿਤ ਹੁੰਦਾ ਹੈ। ਪ੍ਰਵਾਸੀ ਜੀਵਨ ਜਾਂਚ ਦੇ ਵਿਭਿੰਨ ਪਸਾਰਾਂ ਨੂੰ ਬਹੁਸੁਰੀ ਦ੍ਰਿਸ਼ਟੀ ਰਾਹੀਂ ਚਿਤਰਨ ਵਾਲਾ ਹਰਜੀਤ ਅਟਵਾਲ ਇਸ ਇਤਿਹਾਸਕ ਨਾਵਲ ਨਾਲ ਆਪਣੀ ਨਾਵਲ ਨਿਗਾਰੀ ਵਿੱਚ ਇੱਕ ਨਵਾਂ ਪ੍ਰਯੋਗ ਕਰਦਾ ਹੈ। ਇਸ ਨਾਵਲ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਜਨਮ ਤੋਂ ਲੈ ਕੇ ਉਸ ਦੇ ਗੱਦੀ ਤੋਂ ਉਤਾਰੇ ਜਾਣ ਤੇ ਫਿਰ ਇੰਗਲੈਂਡ ਚਲੇ ਜਾਣ ਤੱਕ ਦਾ ਬਿਰਤਾਂਤ ਪੇਸ਼ ਕੀਤਾ ਗਿਆ ਹੈ। ਨਾਵਲ ਦੀ ਵਿਲੱਖਣਤਾ ਸੰਬੰਧਿਤ ਇਤਿਹਾਸਕ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਤੇ ਮਹਾਰਾਜਾ ਦਲੀਪ ਸਿੰਘ ਦੇ ਮੁੱਢਲੇ ਸਾਲਾਂ ਦੌਰਾਨ ਉਸਰੇ ਵਿਅਕਤੀਤਵ ਪਿੱਛੇ ਕਾਰਜਸ਼ੀਲ ਪ੍ਰਭਾਵੀ ਕਾਰਕਾਂ ਦੀ ਨਿਸ਼ਾਨਦੇਹੀ ਇਤਿਹਾਸਕ ਸੱਚ ਦੇ ਨਾਲ ਮਨੋਵਿਗਿਆਨਕ ਧਰਾਤਲ ਉੱਪਰ ਕਰਨ ਵਿੱਚ ਨਿਹਿਤ ਹੈ। ਇਸ ਪੇਸ਼ਕਾਰੀ ਸਦਕਾ ਪ੍ਰਾਪਤ ਇਤਿਹਾਸ ਵਿੱਚ ਪੇਸ਼ ਹੋਈ ਖਾਲਸਾ ਰਾਜ ਦੇ ਢਹਿ ਹੋਣ ਦੀ ਤਸਵੀਰ ਦਾ ਦੂਸਰਾ ਪਾਸਾ ਸਾਹਮਣੇ ਆਉਂਦਾ ਹੈ। ਦਲੀਪ ਸਿੰਘ ਦੇ ਵਿਅਕਤੀਤਵ ਦੀ ਨਿਰਮਾਣਕਾਰੀ ਵਿੱਚ ਬਸਤੀਵਾਦੀ ਸਾਮਰਾਜੀ ਤਾਕਤਾਂ ਦੇ ਨਾਲ ਉਸਦੇ ਆਪਣੇ ਖੈਰ ਖਵਾਹਾਂ ਦੇ ਦਿਸਦੇ ਅਕਸਾਂ ਪਿੱਛੇ ਲੁਕੇ ਮੁਹਾਂਦਰੇ ਬੜੇ ਸਪਸ਼ਟ ਰੂਪ ਵਿੱਚ ਉੱਭਰਦੇ ਦਿਖਾਈ ਦਿੰਦੇ ਹਨ। ਇਹ ਮੁਹਾਂਦਰੇ ਇਸ ਸਮੱਸਿਆ ਕਾਰਨ ਉਭਾਰਦੇ ਹਨ ਕਿ ਕਿਵੇਂ ਬਸਤੀਵਾਦੀ ਸਾਮਰਾਜੀ ਤਾਕਤਾਂ ਦੇ ਵਿਰੋਧ ਵਿੱਚ ਵਿਚਰਦੇ ਪ੍ਰਤੀਨਿਧ ਸਥਾਨਿਕ ਸਮੂਹ ਖੁਦ ਵੀ ਖੁਦਗਰਜੀ ਦੀ ਹੱਦ ਤੱਕ ਸੱਤਾਵਾਦੀ ਤੇ ਸਾਮਰਾਜੀ ਮਹੱਤਵਾਕਾਂਖਿਆਵਾਂ ਦੇ ਸ਼ਿਕਾਰ ਹਨ ਅਤੇ ਕਿਵੇਂ ਇਹਨਾਂ ਆਕਾਂਖਿਆਵਾਂ ਦੀ ਜਦ ਵਿੱਚ ਵਿਚਰਦੇ ਇਹ ਸਮੂਹ ਆਪਣੀ ਵਿਰੋਧੀ ਧਿਰ ਦੇ ਹੱਕ ਵਿੱਚ ਭੁਗਤ ਜਾਂਦੇ ਹਨ। ਸਿਰਫ ਭੁਗਤਦੇ ਹੀ ਨਹੀਂ ਬਲਕਿ ਆਪਣਾ ਨੁਕਸਾਨ ਆਪ ਕਰਾ ਲੈਂਦੇ ਹਨ। ਇਹ ਵਰਤਾਰਾ ਅਜੋਕੇ ਸਮੇਂ ਵਿੱਚ ਸ਼ਕਤੀਸ਼ਾਲੀ ਪੂੰਜੀਵਾਦੀ ਮੁਲਕਾਂ ਦੀ ਵਿਕਾਸਸ਼ੀਲ ਮੁਲਕਾਂ ਵਾਲੇ ਦਾਅਵੇ ਵਾਲੀ ਸਥਿਤੀ ਦੇ ਅਸਲ ਸਰੂਪ ਨੂੰ ਸਮਝਣ ਵਿੱਚ ਆਪਣੀ ਪ੍ਰਸੰਗਿਕਤਾ ਗ੍ਰਹਿਣ ਕਰਦਾ ਹੈ। ਵਿਚਾਰ ਅਧੀਨ ਦੂਸਰਾ ਨਾਵਲ ਆਪਣਾ ਵੀ ਹਰਜੀਤ ਅਟਵਾਲ ਦੁਆਰਾ ਰਚਿਤ ਹੈ, ਜੋ 2015 ਵਿੱਚ ਪ੍ਰਕਾਸ਼ਿਤ ਹੁੰਦਾ ਹੈ। ਇਹ ਨਾਵਲ ਅਕਾਲ ਸਹਾਇ ਦੀ ਅਗਲੀ ਕੜੀ ਹੈ, ਪਰ ਆਪਣੀ ਪੇਸ਼ਕਾਰੀ ਦੇ ਪੱਖੋਂ ਪਹਿਲੇ ਨਾਵਲ ਤੋਂ ਬਿਲਕੁਲ ਵੱਖਰੀ ਭਾਂਤ ਦਾ ਹੈ। ਇਹ ਨਾਵਲ ਮਹਾਰਾਜਾ ਦਲੀਪ ਸਿੰਘ ਦੇ ਇੰਗਲੈਂਡ ਪਹੁੰਚਣ ਤੋਂ ਲੈ ਕੇ ਉਸ ਦੀ ਮੌਤ ਤੱਕ ਦੇ ਲਗਭਗ 40 ਸਾਲ ਦੇ ਸਮੇਂ ਦੌਰਾਨ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਵਿੱਚ ਘਟੀਆਂ ਘਟਨਾਵਾਂ ਨੂੰ ਆਪਣੇ ਕਲੇਵਰ ਵਿੱਚ ਸਮੇਟਦਾ ਹੈ। ਇਸ ਨਾਵਲ ਦੀ ਪਹਿਲੇ ਨਾਵਲ ਨਾਲੋਂ ਵੱਖਰਤਾ ਇਹ ਹੈ ਕਿ ਇਸ ਵਿੱਚ ਬਿਰਤਾਂਤਕਾਰ ਇਤਿਹਾਸਕਾਰ ਵਾਂਗ ਘਟਨਾਵਾਂ ਨੂੰ ਕ੍ਰਮਵਾਰ ਬਿਆਨਦਾ ਜਾਂਦਾ ਹੈ ਤੇ ਕਿਧਰੇ ਵੀ ਬਿਰਤਾਂਤ ਵਿੱਚ ਦਖਲਅੰਦਾਜ਼ੀ ਨਹੀਂ ਕਰਦਾ। ਨਾਵਲਕਾਰ ਮਹਾਰਾਜਾ ਦਲੀਪ ਸਿੰਘ ਤੇ ਉਸ ਨਾਲ ਸੰਬੰਧਿਤ ਲੋਕਾਂ ਦੀਆਂ ਚਿੱਠੀਆਂ ਤੇ ਸਰਕਾਰੀ ਦਸਤਾਵੇਜ਼ਾਂ ਦੇ ਆਧਾਰ ਤੇ ਦਲੀਪ ਸਿੰਘ ਦਾ ਪੂਰਾ ਜੀਵਨ ਬਿਰਤਾਂਤ ਪੇਸ਼ ਕਰਦਾ ਹੈ, ਜਿਸ ਨਾਲ ਦਲੀਪ ਸਿੰਘ ਦਾ ਸਪਸ਼ਟ ਜੀਵਨ ਬਿੰਬ ਪੇਸ਼ ਹੁੰਦਾ ਹੈ। ਦਲੀਪ ਸਿੰਘ ਨਾਲ ਸੰਬੰਧਿਤ ਇਹ ਦੋਵੇਂ ਨਾਵਲ ਦਲੀਪ ਸਿੰਘ ਦੀ ਪੇਸ਼ਕਾਰੀ ਇਤਿਹਾਸ ਨਾਲੋਂ ਵਿਸਤ੍ਰਿਤ ਪੱਧਰ ਤੇ ਤਾਂ ਕਰਦੇ ਹਨ, ਪਰ ਇਹਨਾਂ ਨਾਵਲਾਂ ਦੀ ਸੀਮਾ ਇਹ ਹੈ ਕਿ ਇਹ ਮਹਾਰਾਜਾ ਦਲੀਪ ਸਿੰਘ ਦੀ ਸਿਰਜਤ ਪਛਾਣ ਬਾਬਤ ਕੋਈ ਗਹਿਰੀ ਸਮਝ ਪ੍ਰਦਾਨ ਨਹੀਂ ਕਰਦੇ। ਇਸ ਦੇ ਮੁਕਾਬਲਤਨ ਜਦੋਂ ਅਸੀਂ ਨਵਤੇਜ ਸਰਨਾ ਰਚਿਤ ਨਾਵਲ ਜਲਾਵਤਨੀ ਦਾ ਅਧਿਐਨ ਕਰਦੇ ਹਾਂ ਤਾਂ ਦਲੀਪ ਸਿੰਘ ਦੀ ਪ੍ਰਵਾਸ ਵਿੱਚ ਸਿਰਜਤ ਪਛਾਣ ਨਾਲ ਪੈਦਾ ਹੋਏ ਸੰਕਟਾਂ ਦੀ ਟੋਹ ਮਿਲਦੀ ਹੈ। ਇਹ ਨਾਵਲ ਨਵਤੇਜ ਸਰਨਾ ਰਚਿਤ ਅੰਗਰੇਜ਼ੀ ਨਾਵਲ ਦਾ ਐਗਜ਼ਾਈਲ ਦਾ ਪੰਜਾਬੀ ਅਨੁਵਾਦ ਹੈ। ਵਿਚਾਰ ਅਧੀਨ ਨਾਵਲ ਦਾ ਅਨੁਵਾਦ ਪਵਨ ਗੁਲਾਟੀ ਨੇ ਕੀਤਾ ਹੈ ਤੇ ਇਸ ਨਾਵਲ ਦੀ ਅਨੁਵਾਦ ਪੱਖੋਂ ਇਹ ਵਿਸ਼ੇਸ਼ਤਾ ਹੈ ਕਿ ਇਹ ਪੰਜਾਬੀ ਨਾਵਲ ਮੂਲ ਭਾਵਨਾ ਨੂੰ ਬਰਕਰਾਰ ਰੱਖਣ ਵਿੱਚ ਕਾਫੀ ਹੱਦ ਤੱਕ ਕਾਮਯਾਬ ਰਿਹਾ ਹੈ। ਇਸ ਨਾਵਲ ਵਿਚਲੀਆਂ ਪੇਸ਼ਕਾਰੀ ਦੀਆਂ ਵਿਲੱਖਣ ਯੋਗਤਾਂ ਸਦਕਾ ਪੰਜਾਬੀ ਨਾਵਲ ਦੀ ਵਿਧਾ ਵਿੱਚ ਇਸ ਨੂੰ ਇੱਕ ਨਵੇਂ ਪ੍ਰਯੋਗ ਵਜੋਂ ਵੀ ਦੇਖਿਆ ਜਾ ਸਕਦਾ ਹੈ। ਨਾਵਲ ਵਿੱਚ ਸਾਰਾ ਬਿਰਤਾਂਤ ਪਾਤਰਾਂ ਦੇ ਬੋਲਾਂ ਵਿੱਚ ਸਿਰਜਿਆ ਗਿਆ ਹੈ। ਨਾਵਲ ਦੇ ਪਾਤਰ ਇਤਿਹਾਸ ਵਿੱਚੋਂ ਉੱਠ ਕੇ ਸਟੇਜ ਉੱਤੇ ਆ ਕੇ ਕਹਾਣੀ ਸੁਣਾਉਂਦੇ ਜਾਪਦੇ ਹਨ, ਜਿਸ ਨਾਲ ਇਸ ਨਾਵਲ ਵਿੱਚ ਨਾਟਕ ਦੇ ਅੰਸ਼ਾਂ ਦਾ ਰਲਾਪ ਪ੍ਰਤੀਤ ਹੁੰਦਾ ਹੈ, ਪਰ ਪਾਠ ਦੀ ਗਾਲਪਨਿਕਤਾ ਵੀ ਬਰਕਰਾਰ ਰਹਿੰਦੀ ਹੈ। ਵਿਸ਼ੇ ਦੇ ਪੱਖ ਤੋਂ ਇਹ ਨਾਵਲ ਇਤਿਹਾਸਕ ਘਟਨਾਵਾਂ ਦੀ ਪੇਸ਼ਕਾਰੀ ਕਰਦਿਆਂ ਮਹਾਰਾਜਾ ਦਲੀਪ ਸਿੰਘ ਦੀ ਪੇਸ਼ਕਾਰੀ ਨਿਰੋਲ ਵਿਅਕਤੀ ਵਜੋਂ ਕਰਨ ਵੱਲ ਰੁਚਿਤ ਹੁੰਦਾ ਹੈ। ਇਸ ਨਾਵਲ ਦਾ ਇੱਕ ਅਹਿਮ ਪੱਖ ਦਲੀਪ ਸਿੰਘ ਦੁਆਰਾ ਜਲਾਵਤਨੀ ਦੌਰਾਨ ਹੰਢਾਏ ਤਰਾਸਦਿਕ ਪਲਾਂ ਦੇ ਅਹਿਸਾਸ ਨੂੰ ਕਥਾ ਦੇ ਹਵਾਲੇ ਜਿਉਂਦੇ ਜਾਗਦੇ ਕਰਨ ਹਿੱਤ ਹੈ। ਇਹ ਨਾਵਲ ਦਲੀਪ ਸਿੰਘ ਦੁਆਰਾ ਹੰਢਾਈ ਜਲਾਵਤਨੀ ਦੀ ਯਾਦ ਦੇ ਹਵਾਲੇ ਨਾਲ ਪੰਜਾਬੀ ਪ੍ਰਵਾਸੀਆਂ ਦੁਆਰਾ ਬੇਗਾਨੀਆਂ ਧਰਤੀਆਂ ਉੱਤੇ ਹੰਢਾਏ ਜਾਂਦੇ ਪਛਾਣ ਦੇ ਸੰਕਟ ਤੇ ਗਹਿਰੇ ਅਹਿਸਾਸਾਂ ਦੀ ਸਮਝ ਦਿੰਦਾ ਹੈ। ਪਛਾਣ ਦੇ ਮਸਲੇ ਨੂੰ ਉਭਾਰਦਿਆਂ ਨਾਵਲੀ ਪ੍ਰਵਚਨ ਇਸ ਗੱਲ ਦੀ ਸੋਝੀ ਪ੍ਰਦਾਨ ਕਰਦਾ ਹੈ ਕਿ ਕਿਵੇਂ ਵਿਅਕਤੀ ਪੂਰੀ ਤਰ੍ਹਾਂ ਕਿਸੇ ਦੂਸਰੇ ਧਰਮ ਤੇ ਪਹਿਚਾਣ ਨੂੰ ਅਪਣਾ ਲੈਣ ਦੇ ਬਾਵਜੂਦ ਵੀ ਆਪਣੀ ਪਹਿਲੀ ਪਛਾਣ ਸਦਕਾ ਸੰਤਾਪ ਭੋਗਦਾ ਹੈ ਤੇ ਦੋ ਵਿਰੋਧੀ ਪੁੜਾਂ ਵਿੱਚ ਬੁਰੀ ਤਰ੍ਹਾਂ ਪਿਸਦਾ ਹੈ।
ਇਹ ਨਾਵਲ ਦਲੀਪ ਸਿੰਘ ਦੇ ਬਾਲਮਨ ਤੇ ਉਸ ਦੀ ਉਮਰ ਦੇ ਆਖਰੀ ਪਲਾਂ ਨੂੰ ਇੰਨੀ ਸ਼ਿੱਦਤ ਨਾਲ ਸਿਰਜਦਾ ਹੈ ਕਿ ਦਲੀਪ ਸਿੰਘ ਨਾਲ ਹੋਈ ਜਾਤੀ ਦੀ ਪੀੜਾ ਪਾਠਕ ਦੇ ਧੁਰ ਅੰਦਰ ਤੱਕ ਕੁਝ ਹਿਲਾ ਕੇ ਰੱਖ ਦਿੰਦੀ ਹੈ। ਉਸ ਦਾ ਬਾਲਮਨ ਕਿਸ ਤਰ੍ਹਾਂ ਰਾਜਨੀਤਿਕ ਹਿੱਤਾਂ ਅਧੀਨ ਘੜਿਆ ਗਿਆ, ਉਹ ਕੀ ਸੀ ਤੇ ਕੀ ਬਣਾ ਦਿੱਤਾ ਗਿਆ, ਉਹਨਾਂ ਤਮਾਮ ਵੇਰਵਿਆਂ ਨੂੰ ਦਲੀਪ ਸਿੰਘ ਦੇ ਮੂੰਹੋਂ ਅਖਵਾਇਆ ਗਿਆ ਹੈ, ਜਿਸ ਨਾਲ ਪਾਠਕ ਦਲੀਪ ਸਿੰਘ ਦੀ ਪੀੜਾ ਨੂੰ ਸ਼ਿੱਦਤ ਨਾਲ ਮਹਿਸੂਸ ਕਰ ਸਕਦਾ ਹੈ। ਪਾਠਕ ਦਾ ਇਸ ਤਰ੍ਹਾਂ ਮਹਿਸੂਸ ਕਰਨਾ ਸਿਰਫ ਭਾਵੁਕ ਮਹਿਸੂਸੀਅਤ ਤੱਕ ਸੀਮਤ ਨਹੀਂ ਰਹਿੰਦਾ, ਬਲਕਿ ਇਸ ਵਿੱਚ ਕੁਝ ਗਵਾਚ ਗਏ ਦੀਆਂ ਰਮਜ਼ਾਂ ਦਾ ਗਿਆਨ ਵੀ ਨਿਹਿਤ ਹੈ। ਨਾਵਲ ਸੁਝਾਉਂਦਾ ਹੈ ਕਿ ਦਲੀਪ ਸਿੰਘ ਕੇਵਲ ਪੰਜਾਬੀਆਂ ਦਾ ਆਖਰੀ ਮਹਾਰਾਜਾ ਹੀ ਨਹੀਂ ਸੀ, ਬਲਕਿ ਇੱਕ ਅਜਿਹੀ ਸ਼ਖਸੀਅਤ ਸੀ ਜੋ ਤਾਉਮਰ ਜਲਾਵਤਨੀ ਕਾਰਨ ਪਛਾਣ ਦਾ ਸੰਕਟ ਹੰਢਾਉਂਦੀ ਰਹੀ। ਦਲੀਪ ਸਿੰਘ ਦੀ ਇੱਕ ਪਛਾਣ ਬਾਲ ਮਹਾਰਾਜਾ ਦੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਅੰਸ਼ ਵਜੋਂ ਤਾਂ ਸੀ ਹੀ, ਇੱਕ ਪਛਾਣ ਉਸ ਦੀ ਬ੍ਰਿਟਿਸ਼ਰ ਲੋਕਾਂ ਦੁਆਰਾ ਘੜੀ ਗਈ। ਨਾਵਲੀ ਪ੍ਰਵਚਨ ਅਨੁਸਾਰ ਦਲੀਪ ਸਿੰਘ ਆਪਣੇ ਆਖਰੀ ਪਲਾਂ ਦੌਰਾਨ ਆਪਣੀ ਸਿਰਜਤ ਪਛਾਣ ਦੀ ਸੰਰਚਨਾ ਨੂੰ ਮੁੜ ਉਧੇੜਦਾ ਹੈ ਜੋ ਉਸ ਦੇ ਬਾਲ ਮਨ ਦੇ ਇਰਦ ਗਿਰਦ ਸਿਰਜੀ ਗਈ ਸੀ। ਅੰਗਰੇਜ਼ਾਂ ਦੁਆਰਾ ਦਲੀਪ ਸਿੰਘ ਦੇ ਬਿੰਬ ਨੂੰ ਜਿਸ ਤਰ੍ਹਾਂ ਖਲਤ-ਮਲਤ ਕੀਤਾ ਗਿਆ, ਉਹ ਕਿਸੇ ਵੀ ਕੌਮੀਅਤ ਦੀ ਪਛਾਣ ਹਿੱਤ ਸਭ ਤੋਂ ਵਧੇਰੇ ਖਤਰਨਾਕ ਸਾਬਿਤ ਹੋ ਸਕਦਾ ਹੈ। ਇਹ ਨਾਵਲ ਮਹਾਰਾਜਾ ਦੇ ਤਮਾਮ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਦੇ ਸਮਵਿੱਥ ਉਸ ਦੀ ਮਾਨਸਿਕਤਾ ਨੂੰ ਚਿੱਤਰ ਕੇ ਉਸ ਦੀ ਤਰਾਸਦੀ ਨੂੰ ਬੋਲ ਦੇਣ ਦਾ ਯਤਨ ਕਰਦਾ ਹੈ। ਨਾਵਲੀ ਪਾਠ ਵਿੱਚ ਇਸ ਤਰਾਸਦੀ ਦੇ ਕਾਰਨਾਂ ਦੀ ਤਫਸੀਲ ਵਿੱਚੋਂ ਬਸਤੀਵਾਦੀ ਸਾਮਰਾਜ ਦੀ ਫਿਤਰਤ ਤੇ ਸੱਤਾਵਾਨ ਧਿਰ ਵੱਲੋਂ ਸੱਤਾ ਸਥਾਪਤੀ ਲਈ ਉਸਾਰੇ ਜਾਂਦੇ ਪ੍ਰਵਚਨਾਂ ਤੇ ਕਾਰਜਸ਼ੀਲ ਸਾਜ਼ਿਸ਼ਾਂ ਦੀ ਸੂਹ ਮਿਲਦੀ ਹੈ। ਮਹਾਰਾਜਾ ਦਲੀਪ ਸਿੰਘ ਦੁਆਰਾ ਬੇਗਾਨੀ ਧਰਤੀ, ਜਿਸ ਨੇ ਉਸ ਨੂੰ ਆਪਣਾ ਬਣਾ ਕੇ ਵੀ ਆਪਣਾ ਨਹੀਂ ਮੰਨਿਆ, ਵਿੱਚ ਆਪਣੀ ਪਛਾਣ ਸਥਾਪਤੀ ਲਈ ਕੀਤੇ ਸੰਘਰਸ਼ ਦੀ ਦਾਸਤਾਨ ਸਮਕਾਲ ਵਿੱਚ ਪਛਾਣ ਦੇ ਮਸਲੇ ਵਿੱਚ ਸਾਰਥਕਤਾ ਗ੍ਰਹਿਣ ਕਰਦੀ ਹੈ। ਇਹ ਨਾਵਲ ਮਹਾਰਾਜਾ ਦਲੀਪ ਸਿੰਘ ਦੀ ਪਛਾਣ ਦੇ ਬਾਬਤ ਸਥਾਪਿਤ ਸਮਝ ਦੇ ਬਿੰਬ ਨੂੰ ਵੀ ਤੋੜਦਾ ਹੈ। ਉਦਾਹਰਣ ਵਜੋਂ ਕ੍ਰਿਸਟੀ ਕੈਂਪਬੈਲ ਦੀ ਪੁਸਤਕ ਦਾ ਮਹਾਰਾਜਾ ਬਾਕਸ ਵਿੱਚੋਂ ਸਮੁੱਚੇ ਰੂਪ ਵਿੱਚ ਦਲੀਪ ਸਿੰਘ ਦਾ ਜੋ ਬਿੰਬ ਉਗੜਦਾ ਹੈ, ਉਹ ਇੱਕ ਬੁੱਧੀਹੀਨ, ਅਯਾਸ਼, ਜਨਾਨੀਬਾਜ਼, ਸ਼ਰਾਬੀ, ਜੂਏਬਾਜ਼ ਇਨਸਾਨ ਦਾ ਹੈ। ਇਸ ਧਾਰਨਾ ਦੇ ਸਮਵਿੱਥ ਇਹ ਨਾਵਲ ਦਲੀਪ ਸਿੰਘ ਬਾਬਤ ਸਥਾਪਿਤ ਸਮਝ ਤੋਂ ਵੱਖਰਾ ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ। ਨਾਵਲੀ ਪ੍ਰਵਚਨ ਸੁਝਾਉਂਦਾ ਹੈ ਕਿ ਅੰਗਰੇਜ਼ਾਂ ਦੁਆਰਾ ਮਹਾਰਾਜਾ ਦੀ ਪਛਾਣ ਨੂੰ ਇਸ ਤਰ੍ਹਾਂ ਖੰਡਿਤ ਕਰ ਦਿੱਤਾ ਗਿਆ ਕਿ ਦਲੀਪ ਸਿੰਘ ਦੇ ਆਪਣੇ ਲੋਕਾਂ ਵਿੱਚ ਉਸ ਦਾ ਨਕਾਰਾਤਮਕ ਬਿੰਬ ਪੇਸ਼ ਹੋਵੇ। ਇਸ ਤਹਿਤ ਉਸ ਦੀ ਅਜਿਹੀ ਮਿਲੀ ਜੁਲੀ ਪਛਾਣ ਘੜੀ ਗਈ ਜਿਸ ਨਾਲ ਉਹ ਨਾ ਮੁਕੰਮਲ ਈਸਾਈ ਬਣ ਸਕਿਆ ਤੇ ਨਾ ਹੀ ਸਿੱਖ। ਜੇਕਰ ਸਥਾਪਿਤ ਸਮਝ ਨੂੰ ਮੰਨ ਵੀ ਲਿਆ ਜਾਵੇ ਕਿ ਦਲੀਪ ਸਿੰਘ ਇੱਕ ਨਕਾਰਾ ਵਿਅਕਤੀ ਸੀ ਅਤੇ ਤਾਉਮਰ ਆਪਣੀਆਂ ਨਿੱਜੀ ਖੁਆਇਸ਼ਾਂ ਲਈ ਮੁੜ-ਮੁੜ ਸਮੇਂ ਦੀਆਂ ਨਾਸਮਝੀਆਂ ਦਾ ਸ਼ਿਕਾਰ ਹੁੰਦਾ ਰਿਹਾ, ਜੇ ਉਹ ਸਿੱਖ ਵੀ ਬਣਿਆ ਤਾਂ ਆਪਣੀਆਂ ਨਿੱਜੀ ਲੋੜਾਂ ਖਾਤਰ ਬਣਿਆ, ਤਾਂ ਇੱਥੇ ਇੱਕ ਮਹੱਤਵਪੂਰਨ ਸਵਾਲ ਉੱਭਰਦਾ ਹੈ ਕਿ ਉਸ ਦੀ ਇਸ ਸਮੁੱਚੀ ਸ਼ਖਸੀਅਤ ਘਾੜਤ ਵਿੱਚ ਦਲੀਪ ਸਿੰਘ ਕਿੰਨਾ ਕੁ ਜ਼ਿੰਮੇਵਾਰ ਸੀ। ਕੀ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੁਆਰਾ ਸਥਾਪਿਤ ਕੀਤੇ ਗਏ ਬਿੰਬ ਅਨੁਸਾਰੀ ਸਮਝ ਕੇ ਤਿਆਗ ਦੇਣਾ ਚਾਹੀਦਾ ਹੈ? ਕੀ ਪੰਜਾਬੀ ਪਛਾਣ ਦੇ ਮੁੱਦੇ ਨੂੰ ਸਮਝਣ ਹਿੱਤ ਉਸ ਨੂੰ ਅਣਗੌਲਿਆਂ ਹੀ ਰਹਿਣ ਦੇਣਾ ਚਾਹੀਦਾ ਹੈ? ਵਿਚਾਰ ਅਧੀਨ ਨਾਵਲ ਦਾ ਬਿਰਤਾਂਤਕ ਪ੍ਰਵਚਨ ਇਹ ਸਮਝ ਦਿੰਦਾ ਹੈ ਕਿ ਮਹਾਰਾਜਾ ਦੀ ਪਛਾਣ ਦੇ ਸਥਾਪਿਤ ਬਿੰਬ ਦੇ ਕਾਰਨਾਂ ਨੂੰ ਤਲਾਸ਼ਣਾ ਚਾਹੀਦਾ ਹੈ, ਉਸ ਦੀ ਪਛਾਣ ਦੇ ਅਸਲ ਮਾਇਨਿਆਂ ਨੂੰ ਤਲਾਸ਼ਣਾ ਚਾਹੀਦਾ ਹੈ। ਇਸ ਸਮਝ ਅਧੀਨ ਪੰਜਾਬੀਆਂ ਦਾ ਇਤਿਹਾਸ ਵਿੱਚ ਜੋ ਗਵਾਚ ਗਿਆ, ਉਸ ਦੇ ਮੁੜ ਸੁਰਜੀਤ ਹੋਣ ਦੀ ਸੰਭਾਵਨਾ ਬਣਦੀ ਹੈ ਅਤੇ ਸਮਕਾਲ ਵਿੱਚ ਜੋ ਗਵਾਚ ਰਿਹਾ ਹੈ, ਉਸ ਨੂੰ ਦਿਸ਼ਾ ਮਿਲ ਸਕਦੀ ਹੈ। ਇਹ ਨਾਵਲ ਦਲੀਪ ਸਿੰਘ ਦੀ ਸਥਾਪਿਤ ਸ਼ਖਸੀਅਤ ਨੂੰ ਮੰਨਣ ਦੀ ਬਜਾਏ ਉਸ ਦੀਆਂ ਅੰਤਰ ਤਹਿਾਂ ਵਿੱਚ ਲੁਪਤ ਕਾਰਨਾਂ ਨੂੰ ਤਲਾਸ਼ਦਾ ਹੈ। ਸੋ ਮਹਾਰਾਜਾ ਦਲੀਪ ਸਿੰਘ ਦੀ ਖਾਮੋਸ਼ ਆਵਾਜ਼ ਦਾ ਸਾਹਿਤਕ ਬਿਰਤਾਂਤ ਉੱਪਰ ਪ੍ਰਵਚਨ ਦੇ ਰੂਪ ਵਿੱਚ ਉਸਰਨਾ ਸਮਕਾਲ ਵਿੱਚ ਪ੍ਰਵਾਸੀ ਪੰਜਾਬੀ ਬੰਦੇ ਦੀ ਖਿੰਡ ਰਹੀ ਪਛਾਣ ਨੂੰ ਸੰਗਠਿਤ ਕਰਨ ਦਾ ਉਦਮ ਮੰਨਿਆ ਜਾ ਸਕਦਾ ਹੈ। ਦਲੀਪ ਸਿੰਘ ਦੀ ਇਤਿਹਾਸ ਵਿੱਚ ਖਾਮੋਸ਼ ਆਵਾਜ਼ ਨੂੰ ਬੋਲ ਦੇਣਾ ਬਹੁਕਾਲਿਕ ਪੱਧਰਾਂ 'ਤੇ ਪ੍ਰਵਾਸੀ ਪੰਜਾਬੀ ਪਛਾਣ ਨੂੰ ਇਤਿਹਾਸਕ ਚੇਤਨਾ ਮੁਹੱਈਆ ਕਰਨ ਦਾ ਯਤਨ ਹੈ। ਧੰਨਵਾਦ।